ओम शांति। आज सुनते हाँ 23 फरवरी ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ ਜੀ, ਬਾਬਾ ਬੁੱਧੀ ਵਿੱਚ ਸਥਾਈ ਇੱਕ ਬਾਪ ਦੀ ਯਾਦ ਰਹੇ, ਇਹ ਵੀ ਉਹ ਸੁਭਾਗਯ ਹੈ। ਪ੍ਰਸ਼ਨ ਹੈ, ਜਿਨ੍ਹਾਂ ਬੱਚਿਆਂ ਨੂੰ ਸਰਵਿਸ ਦਾ ਸ਼ੌਂਕ ਹੋਵੇਗਾ ਉਹਨਾਂ ਦੀ ਨਿਸ਼ਾਨੀ ਕੀ ਹੋਵੇਗੀ? ਉੱਤਰ, ਉਹ ਮੂੰਹ ਤੋਂ ਗਿਆਨ ਸੁਣਾਉਣ ਬਗੈਰ ਰਹਿ ਨਹੀਂ ਸਕਦੇ। ਉਹ ਰੂਹਾਨੀ ਸੇਵਾ ਵਿੱਚ ਆਪਣੀ ਹੱਡੀ ਹੱਡੀ ਸਵਾਹ ਕਰ ਦੇਣਗੇ। ਉਹਨਾਂ ਨੂੰ ਰੂਹਾਨੀ ਨੌਲੇਜ ਸੁਣਾਉਣ ਵਿੱਚ ਬਹੁਤ ਖੁਸ਼ੀ ਹੋਵੇਗੀ। ਖੁਸ਼ੀ ਵਿੱਚ ਨੱਚਦੇ ਰਹਿਣਗੇ। ਉਹ ਆਪਣੇ ਤੋਂ ਵੱਡਿਆਂ ਦਾ ਬਹੁਤ ਰਿਗਾਰਡ ਰੱਖਣਗੇ। ਉਹਨਾਂ ਤੋਂ ਸਿੱਖਦੇ ਰਹਿਣਗੇ। ਗੀਤ ਹੈ, ਬਦਲ ਜਾਏ ਦੁਨੀਆ ਨਾ ਬਦਲेंगे ਹਮ। ਓਮ ਸ਼ਾਂਤੀ। ਬੱਚਿਆਂ ਨੇ ਗੀਤ ਦੀਆਂ 2 ਲਾਈਨਾਂ ਸੁਣੀਆਂ। ਇਹ ਵਾਅਦੇ ਦਾ ਗੀਤ ਹੈ। ਜਿਵੇਂ ਕਿਸੇ ਦੀ ਸਗਾਈ ਹੁੰਦੀ ਹੈ, ਵਾਅਦਾ ਕਰਦੇ ਨੇ ਇਸਤਰੀ ਪੁਰਸ਼ ਕਿ ਕਦੇ ਇੱਕ ਦੂਜੇ ਨੂੰ ਛੱਡਾਂਗੇ ਨਹੀਂ। ਕੋਈ ਆਪਸ ਵਿੱਚ ਨਹੀਂ ਬੰਦੀ ਤਾਂ ਛੱਡ ਵੀ ਦਿੰਦੇ ਨੇ। ਇੱਥੇ ਤੁਸੀਂ ਬੱਚੇ ਕਿਸ ਦੇ ਨਾਲ ਪ੍ਰਤਿੱਗਿਆ ਕਰਦੇ ਹੋ? ਈਸ਼ਵਰ ਦੇ ਨਾਲ, ਜਿਸ ਦੇ ਨਾਲ ਤੁਸੀਂ ਬੱਚਿਆਂ ਦੀ ਜਾਂ ਸੱਜਣੀਆਂ ਦੀ ਸਗਾਈ ਹੋਈ ਹੈ। ਪਰ ਅਜਿਹੇ ਜੋ ਵਿਸ਼ਵ ਦਾ ਮਾਲਿਕ ਬਣਾਉਣ ਵਾਲਾ ਬਾਪ ਹੈ, ਉਹਨਾਂ ਨੂੰ ਵੀ ਛੱਡ ਦਿੰਦੇ ਨੇ। ਇੱਥੇ ਤੁਸੀਂ ਬੱਚੇ ਬੈਠੇ ਹੋ, ਤੁਸੀਂ ਜਾਣਦੇ ਹੋ ਬੇਹੱਦ ਦਾ ਬਾਪ ਹੁਣ ਆਇਆ ਕਿ ਆਇਆ। ਇਹ ਅਵਸਥਾ ਜੋ ਤੁਹਾਡੀ ਇੱਥੇ ਰਹਿੰਦੀ ਹੈ, ਉਹ ਬਾਹਰ ਸੈਂਟਰ ਤੇ ਰਹਿ ਨਾ ਸਕੇ। ਇੱਥੇ ਤੁਸੀਂ ਸਮਝੋਗੇ ਬਾਪ ਦਾਦਾ ਆਇਆ ਕਿ ਆਇਆ, ਬਾਹਰ ਸੈਂਟਰ ਤੇ ਸਮਝਣਗੇ ਬਾਬਾ ਦੀ ਵਜਾਈ ਹੋਈ ਮੁਰਲੀ ਆਈ ਕਿ ਆਈ। ਇੱਥੇ ਤੇ ਉੱਥੇ ਇਸ ਗੱਲ ਦਾ ਬਹੁਤ ਫਰਕ ਰਹਿੰਦਾ ਹੈ, ਕਿਉਂਕਿ ਇੱਥੇ ਤੁਸੀਂ ਬੇਹੱਦ ਦੇ ਬਾਪ ਦਾਦਾ ਦੇ ਸਾਹਮਣੇ ਬੈਠੇ ਹੋ, ਉੱਥੇ ਤਾਂ ਸਾਹਮਣੇ ਨਹੀਂ ਹੋ ਨਾ। ਚਾਹੁੰਦੇ ਹੋ ਸਾਹਮਣੇ ਜਾ ਕੇ ਮੁਰਲੀ ਸੁਣੀਏ। ਇਹ ਬੱਚਿਆਂ ਦੀ ਬੁੱਧੀ ਵਿੱਚ ਆਇਆ ਕਿ ਬਾਬਾ ਆਇਆ ਕਿ ਆਇਆ। ਜਿਵੇਂ ਹੋਰ ਸਤਸੰਗ ਹੁੰਦੇ ਨੇ, ਉੱਥੇ ਸਮਝਣਗੇ ਫਲਾਣਾ ਸਵਾਮੀ ਆਵੇਗਾ, ਪਰ ਇਹ ਖਿਆਲ ਸਭ ਦੀ ਇੱਕ ਰਸ ਨਹੀਂ ਹੋਵੇਗੀ। ਕਈਆਂ ਦਾ ਬੁੱਧੀ ਯੋਗ ਹੋਰ ਕਿਸੇ ਵੱਲ ਭਟਕਦਾ ਰਹਿੰਦਾ ਹੈ। ਕਿਸੇ ਨੂੰ ਪਤੀ ਯਾਦ ਆਵੇਗਾ, ਕਿਸੇ ਨੂੰ ਸੰਬੰਧੀ ਯਾਦ ਆਉਣਗੇ। ਬੁੱਧੀ ਯੋਗ ਇੱਕ ਗੁਰੂ ਨਾਲ ਵੀ ਟਿਕਦਾ ਨਹੀਂ ਹੈ। ਕੋਈ ਬਿਰਲਾ ਹੋਵੇਗਾ ਜੋ ਸਵਾਮੀ ਦੀ ਯਾਦ ਵਿੱਚ ਬੈਠਾ ਹੋਵੇਗਾ। ਇੱਥੇ ਵੀ ਐਵੇਂ ਨੇ। ਐਵੇਂ ਨਹੀਂ ਕਿ ਸਭ ਸ਼ਿਵ ਬਾਬਾ ਦੀ ਯਾਦ ਵਿੱਚ ਰਹਿੰਦੇ ਨੇ। ਬੁੱਧੀ ਕਿਤੇ ਨਾ ਕਿਤੇ ਦੌੜਦੀ ਰਹਿੰਦੀ ਹੈ। ਮਿੱਤਰ ਸੰਬੰਧੀ ਆਦਿ ਯਾਦ ਆਉਣਗੇ। ਸਾਰਾ ਸਮੇਂ ਇੱਕ ਹੀ ਸ਼ਿਵ ਬਾਬਾ ਦੀ ਯਾਦ ਵਿੱਚ ਰਹਿਣ, ਫਿਰ ਤਾਂ ਉਹ ਸੁਭਾਗਯ। ਸਥਾਈ ਯਾਦ ਵਿੱਚ ਕੋਈ ਵਿਰਲਾ ਰਹਿੰਦੇ ਨੇ। ਇੱਥੇ ਬਾਪ ਦੇ ਸਾਹਮਣੇ ਰਹਿਣ ਨਾਲ ਤੁਹਾਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ। ਅਤੀ ਇੰਦਰੀਏ ਸੁਖ। ਗੋਪੀ ਵੱਲਭ ਦੇ ਗੋਪ ਗੋਪੀਆਂ ਤੋਂ ਪੁੱਛੋ, ਇਹ ਇੱਥੋਂ ਦਾ ਗਾਇਆ ਹੋਇਆ ਹੈ। ਇੱਥੇ ਤੁਸੀਂ ਬਾਪ ਦੀ ਯਾਦ ਵਿੱਚ ਬੈਠੇ ਹੋ। ਜਾਣਦੇ ਹੋ ਹੁਣ ਅਸੀਂ ਈਸ਼ਵਰ ਦੀ ਗੋਦ ਵਿੱਚ ਹਾਂ, ਫਿਰ ਦੈਵੀ ਗੋਦ ਵਿੱਚ ਹੋਵਾਂਗੇ। ਭਾਵੇਂ ਕਿਸੇ ਦੀ ਬੁੱਧੀ ਵਿੱਚ ਸਰਵਿਸ ਦੇ ਖਿਆਲ ਵੀ ਚੱਲਦੇ ਨੇ। ਇਸ ਚਿੱਤਰ ਵਿੱਚ ਇਹ ਕਰੈਕਸ਼ਨ ਕਰੀਏ, ਇਹ ਲਿਖੀਏ। ਪਰ ਚੰਗੇ ਬੱਚੇ ਜੋ ਹੋਣਗੇ ਉਹ ਸਮਝਣਗੇ ਹੁਣ ਤਾਂ ਇੱਕ ਬਾਪ ਤੋਂ ਸੁਣਨਾ ਹੈ, ਹੋਰ ਕੋਈ ਸੰਕਲਪ ਨਹੀਂ ਹੋਣਗੇ। ਬਾਪ ਗਿਆਨ ਰਤਨਾ ਨਾਲ ਝੋਲੀ ਭਰਨ ਆਏ ਨੇ ਤਾਂ ਬਾਪ ਨਾਲ ਬੁੱਧੀ ਦਾ ਯੋਗ ਲਗਾਉਣਾ ਹੈ। ਨੰਬਰਵਾਰ ਧਾਰਨਾ ਕਰਨ ਵਾਲੇ ਹੀ ਹੁੰਦੇ ਨੇ ਨਾ। ਕੋਈ ਚੰਗੀ ਤਰ੍ਹਾਂ ਸੁਣ ਕੇ ਧਾਰਨਾ ਕਰਦੇ ਨੇ, ਕੋਈ ਘੱਟ ਧਾਰਨਾ ਕਰਦੇ ਨੇ। ਬੁੱਧੀ ਯੋਗ ਹੋਰ ਵੱਲ ਦੌੜਦਾ ਰਹੇਗਾ ਤਾਂ ਧਾਰਨਾ ਨਹੀਂ ਹੋਵੇਗੀ। ਕੱਚੇ ਪੈ ਜਾਣਗੇ। 1-2 ਵਾਰੀ ਮੁਰਲੀ ਸੁਣੀ, ਧਾਰਨਾ ਨਹੀਂ ਹੋਈ, ਫਿਰ ਆਦਤ ਪੱਕੀ ਹੁੰਦੀ ਜਾਏਗੀ। ਫਿਰ ਕਿੰਨਾ ਵੀ ਸੁਣਦਾ ਰਹੇਗਾ, ਧਾਰਨਾ ਨਹੀਂ ਹੋਵੇਗੀ। ਕਿਸੇ ਨੂੰ ਸੁਣਾ ਨਹੀਂ ਸਕੇਗਾ। ਜਿਸ ਨੂੰ ਧਾਰਨਾ ਹੋਵੇਗੀ ਉਹਨਾਂ ਨੂੰ ਫਿਰ ਸਰਵਿਸ ਦਾ ਸ਼ੌਂਕ ਰਹੇਗਾ, ਉਛਲਦਾ ਰਹੇਗਾ। ਸੋਚਣਗੇ ਜਾ ਕੇ ਧਨ ਦਾਨ ਕਰੀਏ, ਕਿਉਂਕਿ ਇਹ ਧਨ ਇੱਕ ਬਾਪ ਦੇ ਸਿਵਾਏ ਹੋਰ ਕਿਸੇ ਦੇ ਕੋਲ ਨਹੀਂ ਹੈ। ਬਾਪੇ ਵੀ ਜਾਣਦੇ ਨੇ ਸਭ ਨੂੰ ਧਾਰਨਾ ਹੋ ਨਾ ਸਕੇ। ਸਭ ਇੱਕ ਰਸ ਉੱਚ ਪਦਵੀ ਪਾ ਨਹੀਂ ਸਕਦੇ। ਇਸ ਲਈ ਬੁੱਧੀ ਹੋਰ ਵੱਲ ਭਟਕਦੀ ਰਹਿੰਦੀ ਹੈ। ਭਵਿੱਖ ਤਕਦੀਰ ਐਨੀ ਉੱਚੀ ਬੰਦੀ ਨਹੀਂ ਹੈ। ਕੋਈ ਫਿਰ ਸਥੂਲ ਸਰਵਿਸ ਵਿੱਚ ਆਪਣੀ ਹੱਡੀ ਹੱਡੀ ਦਿੰਦੇ ਨੇ, ਸਭ ਨੂੰ ਰਾਜੀ ਕਰਦੇ ਨੇ। ਜਿਵੇਂ ਭੋਜਨ ਪਕਾਉਂਦੇ ਖਿਲਾਉਂਦੇ ਨੇ ਨਾ, ਇਹ ਵੀ ਸਬਜੈਕਟ ਹੈ। ਜਿਸ ਨੂੰ ਸਰਵਿਸ ਦਾ ਸ਼ੌਂਕ ਹੋਏਗਾ ਉਹ ਮੂੰਹ ਤੋਂ ਕਹਿਣ ਬਗੈਰ ਰਵੇਗਾ ਨਹੀਂ। ਫਿਰ ਬਾਬਾ ਵੇਖਦੇ ਵੀ ਨੇ ਕਿ ਦੇ ਅਭਿਮਾਨ ਤਾਂ ਨਹੀਂ ਹੈ। ਵੱਡਿਆਂ ਦਾ ਰਿਗਾਰਡ ਰੱਖਦੇ ਨੇ ਜਾਂ ਨਹੀਂ। ਵੱਡੇ ਵੱਡੇ ਮਹਾਰਥੀਆਂ ਦਾ ਰਿਗਾਰਡ ਤਾਂ ਰੱਖਣਾ ਹੁੰਦਾ ਹੈ ਨਾ। ਹਾਂ, ਕਈ ਵਾਰ ਕੋਈ ਛੋਟੇ ਵੀ ਹੁਸ਼ਿਆਰ ਹੋ ਜਾਂਦੇ ਨੇ ਤਾਂ ਹੋ ਸਕਦਾ ਹੈ
ਵੱਡਿਆਂ ਨੂੰ ਉਹਨਾਂ ਦਾ ਰਿਗਾਰਡ ਰੱਖਣਾ ਪਵੇ, ਕਿਉਂਕਿ ਉਹਨਾਂ ਦੀ ਬੁੱਧੀ ਗੈਲਪ ਕਰ ਲੈਂਦੀ ਹੈ। ਸਰਵਿਸ ਦਾ ਸ਼ੌਕ ਵੇਖ ਬਾਪ ਤਾਂ ਖੁਸ਼ ਹੋਵੇਗਾ ਨਾ। ਇਹ ਚੰਗੀ ਸਰਵਿਸ ਕਰਨਗੇ। ਸਾਰਾ ਦਿਨ ਪ੍ਰਦਰਸ਼ਨੀ ਤੇ ਸਮਝਾਉਣ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਪ੍ਰਜਾ ਤਾਂ ਢੇਰ ਬੰਦੀ ਹੈ ਨਾ, ਹੋਰ ਕੋਈ ਉਪਾਏ ਨਹੀਂ ਹੈ। ਸੂਰਜਵੰਸ਼ੀ, ਚੰਦਰਵੰਸ਼ੀ, ਰਾਜਾ ਰਾਣੀ, ਪ੍ਰਜਾ ਸਭ ਇੱਥੇ ਹੀ ਬੰਦੇ ਨੇ। ਕਿੰਨੀ ਸਰਵਿਸ ਕਰਨੀ ਚਾਹੀਦੀ ਹੈ। ਬੱਚਿਆਂ ਦੀ ਬੁੱਧੀ ਵਿੱਚ ਇਹ ਤਾਂ ਹੈ ਨਾ, ਹੁਣ ਅਸੀਂ ਬ੍ਰਾਹਮਣ ਬਣੇ ਹਾਂ। ਘਰ ਗ੍ਰਸਤ ਵਿੱਚ ਰਹਿਣ ਨਾਲ ਹਰ ਇੱਕ ਦੀ ਅਵਸਥਾ ਆਪਣੀ ਰਹਿੰਦੀ ਹੈ। ਘਰ-ਬਾਰ ਤਾਂ ਛੱਡਣਾ ਨਹੀਂ। ਬਾਪ ਕਹਿੰਦੇ ਨੇ ਘਰ ਵਿੱਚ ਭਾਵੇਂ ਰਹੋ, ਪਰ ਬੁੱਧੀ ਵਿੱਚ ਇਹ ਨਿਸ਼ਚੈ ਰੱਖਣਾ ਹੈ, ਪੁਰਾਣੀ ਦੁਨੀਆ ਤਾਂ ਖਤਮ ਹੋਈ ਪਈ ਹੈ। ਸਾਡਾ ਹੁਣ ਬਾਪ ਨਾਲ ਕੰਮ ਹੈ, ਇਹ ਵੀ ਜਾਣਦੇ ਨੇ। ਕਲਪ ਪਹਿਲੇ ਜਿਨ੍ਹਾਂ ਨੇ ਗਿਆਨ ਲਿੱਤਾ ਸੀ ਉਹੀ ਲੈਣਗੇ। ਸੈਕਿੰਡ ਬਾਈ ਸੈਕਿੰਡ ਹੂਬਹੂ ਰਿਪੀਟ ਹੋ ਰਿਹਾ ਹੈ। ਆਤਮਾ ਵਿੱਚ ਗਿਆਨ ਰਹਿੰਦਾ ਹੈ ਨਾ, ਬਾਪ ਦੇ ਕੋਲ ਵੀ ਗਿਆਨ ਰਹਿੰਦਾ ਹੈ। ਤੁਸੀਂ ਬੱਚਿਆਂ ਨੂੰ ਬਾਪ ਵਰਗਾ ਬਣਨਾ ਹੈ। ਪੁਆਇੰਟ ਧਾਰਨ ਕਰਨੀਆਂ ਨੇ। ਸਾਰੀ ਪੁਆਇੰਟ ਇੱਕ ਸਮੇਂ ਨਹੀਂ ਸਮਝਾਈਆਂ ਜਾਂਦੀਆਂ। ਵਿਨਾਸ਼ ਵੀ ਸਾਹਮਣੇ ਖੜਿਆ ਹੈ। ਇਹ ਉਹੀ ਵਿਨਾਸ਼ ਹੈ। ਸਤਜੁਗ ਤ੍ਰੇਤਾ ਵਿੱਚ ਕੋਈ ਲੜਾਈ ਨਹੀਂ ਹੁੰਦੀ, ਉਹ ਤਾਂ ਬਾਅਦ ਵਿੱਚ ਜਦੋਂ ਹੋਰ ਧਰਮ ਹੁੰਦੇ ਨੇ, ਲਸ਼ਕਰ ਆਦਿ ਆਉਂਦੇ ਨੇ, ਉਦੋਂ ਲੜਾਈ ਸ਼ੁਰੂ ਹੋ ਜਾਂਦੀ ਹੈ। ਪਹਿਲੇ ਆਤਮਾਵਾਂ ਪਰਮ ਧਾਮ ਤੋਂ ਉਤਰਦੀਆਂ ਨੇ, ਫਿਰ ਸਤੋ ਰਜੋ ਤਮੋ ਦੀ ਸਟੇਜ ਹੁੰਦੀ ਹੈ। ਇਹ ਸਭ ਗੱਲਾਂ ਬੁੱਧੀ ਵਿੱਚ ਰੱਖਣੀਆਂ ਨੇ। ਕਿਵੇਂ ਰਾਜਧਾਨੀ ਸਥਾਪਨ ਹੋ ਰਹੀ ਹੈ, ਇੱਥੇ ਬੈਠੇ ਹੋ, ਬੁੱਧੀ ਵਿੱਚ ਰੱਖਣਾ ਹੈ। ਸ਼ਿਵ ਬਾਬਾ ਆ ਕੇ ਸਾਨੂੰ ਖਜ਼ਾਨਾ ਦਿੰਦੇ ਨੇ, ਜਿਸ ਨੂੰ ਬੁੱਧੀ ਵਿੱਚ ਧਾਰਨ ਕਰਨਾ ਹੈ। ਚੰਗੇ ਚੰਗੇ ਬੱਚੇ ਨੋਟਸ ਲਿਖਦੇ ਨੇ। ਲਿਖਣਾ ਚੰਗਾ ਹੈ ਤਾਂ ਹੀ ਬੁੱਧੀ ਵਿੱਚ ਟੌਪਿਕਸ ਆਉਣਗੇ। ਅੱਜ ਇਸ ਟੌਪਿਕ ਤੇ ਸਮਝਾਵਾਂਗੇ। ਬਾਬਾ ਕਹਿੰਦੇ ਨੇ ਮੈਂ ਤੁਹਾਨੂੰ ਕਿੰਨਾ ਖਜ਼ਾਨਾ ਦਿੱਤਾ ਸੀ। ਸਤਜੁਗ ਤ੍ਰੇਤਾ ਵਿੱਚ ਤੁਹਾਡੇ ਕੋਲ ਅਥਾਹ ਧਨ ਸੀ, ਫਿਰ ਵਾਮ ਮਾਰਗ ਵਿੱਚ ਜਾਣ ਨਾਲ ਉਹ ਘੱਟ ਹੁੰਦਾ ਗਿਆ। ਖੁਸ਼ੀ ਵੀ ਘੱਟ ਹੁੰਦੀ ਗਈ। ਕੁਝ ਨਾ ਕੁਝ ਵਿਕਰਮ ਹੋਣ ਲੱਗਦੇ ਨੇ। ਉਤਰਦੇ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਨੇ। ਸਤੋ ਪ੍ਰਧਾਨ, ਸਤੋ ਰਜੋ ਤਮੋ ਦੀ ਸਟੇਜਸ ਹੁੰਦੀ ਨੇ ਨਾ। ਸਤੋ ਤੋਂ ਰਜੋ ਵਿੱਚ ਆਉਂਦੇ ਨੇ ਤਾਂ ਐਵੇਂ ਨਹੀਂ ਫਟ ਤੋਂ ਆ ਜਾਂਦੇ ਨੇ। ਹੌਲੀ ਹੌਲੀ ਉਤਰਨਗੇ। ਤਮੋ ਪ੍ਰਧਾਨ ਵਿੱਚ ਵੀ ਹੌਲੀ ਹੌਲੀ ਸੀੜੀ ਉਤਰਦੇ ਜਾਂਦੇ ਹੋ। ਕਲਾ ਘੱਟ ਹੁੰਦੀ ਜਾਂਦੀ ਹੈ। ਦਿਨ ਪ੍ਰਤੀ ਦਿਨ ਘੱਟ ਹੁੰਦੀ ਜਾਏਗੀ। ਹੁਣ ਜਨਮ ਲਗਾਉਣੇ ਨੇ। ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣਨਾ ਹੈ। ਇਸ ਦੇ ਲਈ ਟਾਈਮ ਵੀ ਤਾਂ ਚਾਹੀਦਾ ਹੈ ਨਾ। ਗਾਇਆ ਵੀ ਹੋਇਆ ਹੈ, ਚੜੇ ਤਾਂ ਚਾਖੇ ਵੈਕੁੰਠ ਰਸ, ਗਿਰੇ ਤਾਂ ਚਕਨਾ ਚੂਰ। ਕਾਮ ਵਿਕਾਰ ਦੀ ਚਮਾਟ ਲੱਗਦੀ ਰਹਿੰਦੀ ਹੈ ਤਾਂ ਇੱਕਦਮ ਚਕਨਾ ਚੂਰ ਹੋ ਜਾਂਦੇ ਨੇ। ਹੱਡੀ ਹੱਡੀ ਟੁੱਟ ਜਾਂਦੀ ਹੈ। ਕਈ ਮਨੁੱਖ ਆਪਣਾ ਜੀਵ ਘਾਤ ਕਰਦੇ ਨੇ। ਆਤਮ ਘਾਤ ਨਹੀਂ, ਜੀਵ ਘਾਤ ਕਿਹਾ ਜਾਂਦਾ। ਇੱਥੇ ਤਾਂ ਤੁਸੀਂ ਬਾਪ ਤੋਂ ਵਰਸਾ ਪਾਉਣਾ ਹੈ। ਇੱਕ ਬਾਪ ਨੂੰ ਯਾਦ ਕਰਨਾ ਹੈ, ਕਿਉਂਕਿ ਬਾਪ ਤੋਂ ਬਾਦਸ਼ਾਹੀ ਮਿਲਦੀ ਹੈ। ਆਪਣੇ ਆਪ ਤੋਂ ਪੁੱਛਣਾ ਹੈ, ਅਸੀਂ ਬਾਪ ਨੂੰ ਯਾਦ ਕਰ ਭਵਿੱਖ ਦੇ ਲਈ ਕਿੰਨੀ ਕਮਾਈ ਕੀਤੀ, ਕਿੰਨਾ ਅੰਨਿਆਂ ਦੀ ਲਾਠੀ ਬਣੇ। ਘਰ ਘਰ ਵਿੱਚ ਪੈਗਾਮ ਦੇਣਾ ਹੈ। ਇਹ ਪੁਰਾਣੀ ਦੁਨੀਆ ਬਦਲ ਰਹੀ ਹੈ। ਬਾਪ ਨਵੀਂ ਦੁਨੀਆ ਦੇ ਲਈ ਰਾਜਯੋਗ ਸਿਖਾ ਰਹੇ ਨੇ। ਸੀੜੀ ਵਿੱਚ ਸਭ ਵਿਖਾਇਆ ਹੈ। ਇਹ ਬਣਾਉਣ ਵਿੱਚ ਮਿਹਨਤ ਤਾਂ ਲੱਗਦੀ ਹੈ ਨਾ। ਸਾਰਾ ਦਿਨ ਖਿਆਲ ਚੱਲਦਾ ਰਹਿੰਦਾ ਹੈ। ਐਵੇਂ ਸਹਿਜ ਬਣਾਈਏ ਜੋ ਕੋਈ ਵੀ ਸਮਝ ਜਾਵੇ। ਸਾਰੀ ਦੁਨੀਆ ਤਾਂ ਆਵੇਗੀ ਵੀ ਨਹੀਂ। ਦੇਵੀ ਦੇਵਤਾ ਧਰਮ ਵਾਲੇ ਹੀ ਆਉਣਗੇ। ਤੁਹਾਡੀ ਸਰਵਿਸ ਬਹੁਤ ਚੱਲਣੀ ਹੈ। ਤੁਸੀਂ ਜਾਣਦੇ ਹੋ ਸਾਡਾ ਇਹ ਕਲਾਸ ਕਦੋਂ ਤੱਕ ਚੱਲੇਗਾ। ਉਹ ਤਾਂ ਲੱਖਾਂ ਵਰੇ ਕਲਪ ਦੀ ਉਮਰ ਸਮਝਦੇ ਨੇ, ਤਾਂ ਸ਼ਾਸਤਰ ਆਦਿ ਸੁਣਾਉਂਦੇ ਹੀ ਰਹਿੰਦੇ ਨੇ। ਸਮਝਦੇ ਨੇ ਜਦੋਂ ਅੰਤ ਹੋਵੇਗਾ ਉਦੋਂ ਸਭ ਦਾ ਸਦਗਤੀ ਦਾਤਾ ਆਵੇਗਾ। ਜੋ ਸਾਡੇ ਕੋਲ ਚੇਲੇ ਹੋਣਗੇ ਉਹਨਾਂ ਦੀ ਗਤੀ ਹੋ ਜਾਵੇਗੀ। ਫਿਰ ਅਸੀਂ ਵੀ ਜਾ ਕੇ ਜੋਤੀ ਵਿੱਚ ਸਮਾਵਾਂਗੇ। ਪਰ ਐਵੇਂ ਤਾਂ ਹੁੰਦਾ ਨਹੀਂ। ਤੁਸੀਂ ਜਾਣਦੇ ਹੋ ਅਸੀਂ ਅਮਰ ਬਾਬਾ ਦੁਆਰਾ ਸੱਚੀ ਸੱਚੀ ਅਮਰ ਕਥਾ ਸੁਣ ਰਹੇ ਹਾਂ। ਅਮਰ ਬਾਪ ਜੋ ਕਹਿੰਦੇ ਨੇ ਉਹ ਮੰਨਣਾ ਵੀ ਹੈ। ਸਿਰਫ ਕਹਿੰਦੇ ਨੇ ਮੈਨੂੰ ਯਾਦ ਕਰੋ, ਪਵਿੱਤਰ ਬਣੋ, ਨਹੀਂ ਤਾਂ ਸਜ਼ਾਵਾਂ ਬਹੁਤ ਖਾਣੀਆਂ ਪੈਣਗੀਆਂ, ਪਦਵੀ ਵੀ ਘੱਟ ਮਿਲੇਗੀ। ਸਰਵਿਸ ਵਿੱਚ ਮਿਹਨਤ ਕਰਨੀ ਹੈ। ਜਿਵੇਂ ਤਗੀਚੀ ਰਿਸ਼ੀ ਦਾ ਮਿਸਾਲ ਹੈ। ਸਰਵਿਸ ਵਿੱਚ ਹੱਡੀਆਂ ਦੇ ਦਿੱਤੀਆਂ। ਆਪਣੇ ਸਰੀਰ ਦਾ ਖਿਆਲ ਨਾ ਕਰ। ਸਾਰਾ ਦਿਨ ਸਰਵਿਸ ਵਿੱਚ ਰਹਿਣਾ ਹੈ। ਉਸ ਨੂੰ ਕਿਹਾ ਜਾਂਦਾ ਹੈ ਸਰਵਿਸ ਵਿੱਚ ਹੱਡੀਆਂ ਦੇਣਾ। ਇੱਕ ਹੈ ਜਿਸਮਾਨੀ ਹੱਡੀ ਸੇਵਾ, ਦੂਜੀ ਹੈ ਰੂਹਾਨੀ ਹੱਡੀ ਸੇਵਾ। ਰੂਹਾਨੀ ਸਰਵਿਸ ਵਾਲੇ ਰੂਹਾਨੀ ਨੌਲੇਜ ਹੀ ਸੁਣਾਉਂਦੇ ਰਹਿਣਗੇ
ਧਨ ਦਾਨ ਕਰਦੇ ਖੁਸ਼ੀ ਵਿੱਚ ਨੱਚਦੇ ਰਹਿਣਗੇ। ਦੁਨੀਆ ਵਿੱਚ ਮਨੁੱਖ ਜੋ ਸਰਵਿਸ ਕਰਦੇ ਨੇ ਉਹ ਸਭ ਹੈ ਜਿਸਮਾਨੀ। ਸ਼ਾਸਤਰ ਸੁਣਾਉਂਦੇ ਨੇ ਉਹ ਕੋਈ ਰੂਹਾਨੀ ਸਰਵਿਸ ਨਹੀਂ ਹੈ। ਰੂਹਾਨੀ ਸਰਵਿਸ ਤਾਂ ਸਿਰਫ ਇੱਕ ਬਾਪ ਆ ਕੇ ਹੀ ਸਿਖਾਉਂਦੇ ਨੇ। ਸਪਿਰਿਚੁਅਲ ਬਾਪ ਆ ਕੇ ਸਪਿਰਿਚੁਅਲ ਬੱਚਿਆਂ ਨੂੰ ਪੜ੍ਹਾਉਂਦੇ ਨੇ, ਆਤਮਾਵਾਂ ਨੂੰ ਪੜ੍ਹਾਉਂਦੇ ਨੇ। ਤੁਸੀਂ ਬੱਚੇ ਹੁਣ ਤਿਆਰੀ ਕਰ ਰਹੇ ਹੋ ਨਵੀਂ ਸਤਜੁਗੀ ਦੁਨੀਆ ਦੇ ਵਿੱਚ ਜਾਣ ਦੇ ਲਈ। ਉੱਥੇ ਤੁਹਾਡੇ ਤੋਂ ਕੋਈ ਵਿਕਰਮ ਨਹੀਂ ਹੋਏਗਾ, ਉਹ ਹੈ ਹੀ ਰਾਮ ਰਾਜ। ਉੱਥੇ ਹੁੰਦੇ ਨੇ ਥੋੜੇ, ਹੁਣ ਤਾਂ ਰਾਵਣ ਰਾਜ ਹੈ ਨਾ। ਸਭ ਦੁਖੀ ਨੇ। ਇਹ ਸਾਰੀ ਨੌਲੇਜ ਤੁਹਾਡੀ ਬੁੱਧੀ ਵਿੱਚ ਹੈ। ਨੰਬਰਵਾਰ ਪੁਰਸ਼ਾਰਥ ਅਨੁਸਾਰ ਇਸ ਸੀੜੀ ਦੇ ਚਿੱਤਰ ਵਿੱਚ ਸਾਰੀ ਨੌਲੇਜ ਆ ਜਾਂਦੀ ਹੈ। ਬਾਪ ਕਹਿੰਦੇ ਨੇ ਇਹ ਅੰਤਿਮ ਜਨਮ ਪਵਿੱਤਰ ਬਣੋ ਤਾਂ ਪਵਿੱਤਰ ਦੁਨੀਆ ਦੇ ਮਾਲਿਕ ਬਣੋਗੇ। ਤੁਹਾਨੂੰ ਸਮਝਾਉਣਾ ਐਵੇਂ ਹੈ ਜੋ ਮਨੁੱਖਾਂ ਨੂੰ ਪਤਾ ਪਵੇ। ਅਸੀਂ ਸਤੋ ਪ੍ਰਧਾਨ ਤੋਂ ਤਮੋ ਪ੍ਰਧਾਨ ਬਣੇ ਹਾਂ, ਫਿਰ ਯਾਦ ਦੀ ਯਾਤਰਾ ਨਾਲ ਹੀ ਸਤੋ ਪ੍ਰਧਾਨ ਬਣਾਂਗੇ। ਵੇਖਣਾ ਹੈ ਤਾਂ ਬੁੱਧੀ ਚੱਲੇਗੀ। ਇਹ ਨੌਲੇਜ ਕਿਸੇ ਹੋਰ ਕੋਲ ਨਹੀਂ ਹੈ। ਕਹਾਂਗੇ ਇਸ ਸੀੜੀ ਵਿੱਚ ਹੋਰ ਧਰਮਾਂ ਦਾ ਸਮਾਚਾਰ ਕਿੱਥੇ ਹੈ? ਫਿਰ ਇਸ ਗੋਲੇ ਵਿੱਚ ਸਭ ਕੁਝ ਲਿਖਿਆ ਹੋਇਆ ਹੈ। ਕੋਈ ਪੁੱਛੇ ਕਿ ਹੋਰ ਧਰਮਾਂ ਦਾ ਸਮਾਚਾਰ ਸੀੜੀ ਦੇ ਚਿੱਤਰ ਵਿੱਚ ਕਿੱਥੇ ਹੈ? ਤੁਹਾਨੂੰ ਦੱਸੋ ਸਾਰਾ ਗੋਲੇ ਵਿੱਚ ਲਿਖਿਆ ਹੋਇਆ ਹੈ। ਉਹ ਨਵੀਂ ਦੁਨੀਆ ਵਿੱਚ ਆਉਂਦੇ ਨਹੀਂ। ਬਾਕੀ ਧਰਮ ਵਾਲੇ ਨਈ ਦੁਨੀਆ ਵਿੱਚ ਆਉਂਦੇ ਨਹੀਂ। ਉਹਨਾਂ ਨੂੰ ਸ਼ਾਂਤੀ ਮਿਲਦੀ ਹੈ। ਭਾਰਤ ਵਾਸੀ ਹੀ ਸਵਰਗ ਵਿੱਚ ਸੀ ਨਾ। ਬਾਪ ਵੀ ਭਾਰਤ ਵਿੱਚ ਆ ਕੇ ਰਾਜਯੋਗ ਸਿਖਾਉਂਦੇ ਨੇ। ਇਸ ਲਈ ਭਾਰਤ ਦਾ ਪ੍ਰਾਚੀਨ ਯੋਗ ਸਭ ਚਾਹੁੰਦੇ ਨੇ। ਇਹਨਾਂ ਚਿੱਤਰਾਂ ਤੋਂ ਉਹ ਆਪੇ ਹੀ ਸਮਝ ਜਾਣਗੇ। ਬਰੋਬਰ ਨਵੀਂ ਦੁਨੀਆ ਵਿੱਚ ਸਿਰਫ ਭਾਰਤ ਸੀ। ਆਪਣੇ ਧਰਮ ਨੂੰ ਵੀ ਸਮਝ ਜਾਣਗੇ। ਭਾਵੇਂ ਕ੍ਰਾਈਸਟ ਆਇਆ ਧਰਮ ਸਥਾਪਨ ਕਰਨ, ਇਸ ਸਮੇਂ ਉਹ ਵੀ ਤਮੋ ਪ੍ਰਧਾਨ ਹੈ। ਇਹ ਰਚਤਾ ਤੇ ਰਚਨਾ ਦੀ ਕਿੰਨੀ ਵੱਡੀ ਨੌਲੇਜ ਹੈ। ਤੁਸੀਂ ਕਹਿ ਸਕਦੇ ਹੋ ਸਾਨੂੰ ਕਿਸੇ ਦੇ ਪੈਸੇ ਦੀ ਲੋੜ ਨਹੀਂ, ਪੈਸਾ ਅਸੀਂ ਕੀ ਕਰਾਂਗੇ? ਤੁਸੀਂ ਵੀ ਸੁਣੋ, ਦੂਜਿਆਂ ਨੂੰ ਵੀ ਸੁਣਾਓ। ਇਹ ਚਿੱਤਰ ਆਦਿ ਛਪਵਾਓ। ਇਹਨਾਂ ਚਿੱਤਰਾਂ ਤੋਂ ਕੰਮ ਲੈਣਾ ਹੈ। ਹਾਲ ਬਣਵਾਓ ਜਿੱਥੇ ਨੌਲੇਜ ਸੁਣਾਈ ਜਾਵੇ। ਬਾਕੀ ਅਸੀਂ ਪੈਸਾ ਲੈ ਕੇ ਕੀ ਕਰਾਂਗੇ? ਤੁਹਾਡੇ ਹੀ ਘਰ ਦਾ ਕਲਿਆਣ ਹੁੰਦਾ ਹੈ। ਤੁਸੀਂ ਸਿਰਫ ਪ੍ਰਬੰਧ ਕਰੋ। ਬਹੁਤ ਆ ਕੇ ਕਹਿਣਗੇ ਰਚਤਾ ਤੇ ਰਚਨਾ ਦੀ ਨੌਲੇਜ ਤਾਂ ਬੜੀ ਚੰਗੀ ਹੈ। ਇਹ ਤਾਂ ਮਨੁੱਖਾਂ ਨੇ ਹੀ ਸਮਝਣੀ ਹੈ। ਵਿਲਾਇਤ ਵਾਲੇ ਇਹ ਨੌਲੇਜ ਸੁਣ ਕੇ ਬਹੁਤ ਪਸੰਦ ਕਰਨਗੇ, ਬਹੁਤ ਖੁਸ਼ ਹੋਣਗੇ, ਸਮਝਣਗੇ ਅਸੀਂ ਵੀ ਬਾਪ ਦੇ ਨਾਲ ਯੋਗ ਲਾਈਏ ਤਾਂ ਵਿਕਰਮ ਵਿਨਾਸ਼ ਹੋਣਗੇ। ਸਭ ਨੂੰ ਬਾਪ ਦਾ ਪਰਿਚੈ ਦੇਣਾ ਹੈ। ਸਮਝ ਜਾਣਗੇ ਇਹ ਨੌਲੇਜ ਗੋਡ ਫਾਦਰ ਦੇ ਸਿਵਾਏ ਹੋਰ ਕੋਈ ਦੇ ਨਹੀਂ ਸਕਦਾ। ਕਹਿੰਦੇ ਨੇ ਭਗਵਾਨ ਨੇ ਬਹਿਸ਼ਤ ਸਥਾਪਨ ਕੀਤਾ, ਪਰ ਉਹ ਕਿਵੇਂ ਆਉਂਦੇ ਨੇ ਇਹ ਕਿਸੇ ਨੂੰ ਪਤਾ ਨਹੀਂ। ਤੁਹਾਡੀਆਂ ਗੱਲਾਂ ਸੁਣ ਕੇ ਖੁਸ਼ ਹੋਣਗੇ, ਪੁਰਸ਼ਾਰਥ ਕਰ ਯੋਗ ਸਿਖਾਉਣਗੇ। ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣਨ ਦੇ ਲਈ ਪੁਰਸ਼ਾਰਥ ਕਰਨਗੇ। ਸਰਵਿਸ ਦੇ ਲਈ ਬਹੁਤ ਖਿਆਲ ਕਰਨੇ ਚਾਹੀਦੇ ਨੇ। ਭਾਰਤ ਵਿੱਚ ਹੁਨਰ ਵੇਖੋ, ਫਿਰ ਬਾਬਾ ਬਾਹਰ ਵਿੱਚ ਵੀ ਭੇਜਣਗੇ। ਇਹ ਮਿਸ਼ਨ ਜਾਵੇਗੀ। ਹਾਲੇ ਤਾਂ ਟਾਈਮ ਪਿਆ ਹੈ ਨਾ। ਨਵੀਂ ਦੁਨੀਆ ਬਣਨ ਵਿੱਚ ਦੇਰੀ ਥੋੜੀ ਲੱਗਦੀ ਹੈ। ਕਿਤੇ ਵੀ ਅਰਥਕਵੇਕ ਆਦਿ ਹੋਵੇਗਾ, ਭੂਚਾਲ ਆਵੇਗਾ, 2-3 ਵਰਿਆਂ ਵਿੱਚ ਇੱਕਦਮ ਨਵੇਂ ਮਕਾਨ ਬਣਾ ਦਿੰਦੇ ਨੇ। ਕਾਰੀਗਰ ਬਹੁਤ ਨੇ ਨਾ। ਸਾਰਾ ਸਮਾਨ ਤਿਆਰ ਹੋਵੇ ਫਿਰ ਬਣਨ ਵਿੱਚ ਦੇਰ ਥੋੜੀ ਲੱਗੇਗੀ। ਵਿਲਾਇਤ ਵਾਲੇ ਵੀ ਮਕਾਨ ਕਿਵੇਂ ਬਣਾਉਂਦੇ ਨੇ? ਮਿੰਟ ਮੋਟਰ। ਸਵਰਗ ਵਿੱਚ ਹੋਰ ਵੀ ਕਿੰਨਾ ਜਲਦੀ ਬਣਾਉਂਦੇ ਹੋਣਗੇ। ਸੋਨਾ ਚਾਂਦੀ ਆਦਿ ਬਹੁਤ ਤੁਹਾਨੂੰ ਮਿਲ ਜਾਂਦਾ ਹੈ। ਖਾਨੀਆਂ ਤੋਂ ਤੁਸੀਂ ਸੋਨਾ ਚਾਂਦੀ ਹੀਰੇ ਲੈ ਆਉਂਦੇ ਹੋ। ਹੁਨਰ ਤਾਂ ਹੁਣ ਸਿੱਖ ਰਹੇ ਹੋ ਨਾ। ਸਾਇੰਸ ਦਾ ਕਿੰਨਾ ਘਮੰਡ ਚੱਲ ਰਿਹਾ ਹੈ। ਇਹੀ ਸਾਇੰਸ ਫਿਰ ਨਵੀਂ ਦੁਨੀਆ ਵਿੱਚ ਕੰਮ ਆਏਗੀ। ਇੱਥੇ ਸਿੱਖਣ ਵਾਲੇ ਦੂਜਾ ਜਨਮ ਉੱਥੇ ਲੈ ਇਹ ਕੰਮ ਵਿੱਚ ਲਿਆਉਣਗੇ। ਉਸ ਸਮੇਂ ਸਾਰੀ ਦੁਨੀਆ ਨਵੀਂ ਹੋ ਜਾਵੇਗੀ। ਰਾਵਣ ਰਾਜ ਖਤਮ ਹੋ ਜਾਏਗਾ। 5 ਤੱਤ ਵੀ ਕਾਇਦੇ ਮੁਜੀਬ ਸਰਵਿਸ ਵਿੱਚ ਰਹਿੰਦੇ ਨੇ। ਸਵਰਗ ਬਣ ਜਾਂਦਾ ਹੈ। ਉੱਥੇ ਕੋਈ ਉਪਦਰਵ ਨਹੀਂ ਹੁੰਦਾ। ਰਾਵਣ ਰਾਜ ਹੀ ਨਹੀਂ, ਸਭ ਸਤੋ ਪ੍ਰਧਾਨ ਨੇ। ਸਭ ਤੋਂ ਚੰਗੀ ਗੱਲ ਹੈ ਤੁਸੀਂ ਬੱਚਿਆਂ ਦਾ ਬਾਪ ਨਾਲ ਬਹੁਤ ਲਵ ਹੋਣਾ ਚਾਹੀਦਾ ਹੈ। ਬਾਪ ਖਜ਼ਾਨਾ ਦਿੰਦੇ ਨੇ, ਉਸ ਨੂੰ ਧਾਰਨ ਕਰ ਦੂਜਿਆਂ ਨੂੰ ਦਾਨ ਕਰਨਾ ਹੈ। ਜਿੰਨਾ ਦਾਨ ਦਿਓਗੇ ਉਨਾ ਇਕੱਠਾ ਹੁੰਦਾ ਜਾਏਗਾ। ਸਰਵਿਸ ਹੀ ਨਹੀਂ ਕਰੋਗੇ ਤਾਂ ਧਾਰਨਾ ਕਿਵੇਂ ਹੋਏਗੀ? ਸਰਵਿਸ ਵਿੱਚ ਬੁੱਧੀ ਚੱਲਣੀ ਚਾਹੀਦੀ ਹੈ। ਸਰਵਿਸ ਤਾਂ
ਢੇਰ ਹੋ ਸਕਦੀ ਹੈ। ਦਿਨ ਪ੍ਰਤੀ ਦਿਨ ਉन्नति ਨੂੰ ਪਾਣਾ ਹੈ, ਆਪਣੀ ਵੀ उन्नति ਕਰਨੀ ਹੈ। ਅੱਛਾ, ਮਿੱਠੇ ਮਿੱਠੇ ਸਿਕਿਲਤ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ, ਹਮੇਸ਼ਾ ਰੂਹਾਨੀ ਸਰਵਿਸ ਵਿੱਚ ਤਤਪਰ ਰਹਿਣਾ ਹੈ। ਗਿਆਨ ਧਨ ਦਾਨ ਕਰਕੇ ਖੁਸ਼ੀ ਵਿੱਚ ਨੱਚਣਾ ਹੈ। ਆਪ ਧਾਰਨ ਕਰ ਹੋਰਾਂ ਨੂੰ ਧਾਰਨਾ ਕਰਾਉਣੀ ਹੈ। ਦੂਜਾ, ਬਾਪ ਜੋ ਗਿਆਨ ਦਾ ਖਜ਼ਾਨਾ ਦਿੰਦੇ ਨੇ ਉਸ ਨਾਲ ਆਪਣੀ ਝੋਲੀ ਭਰਨੀ ਹੈ। ਨੋਟਸ ਲੈਣੇ ਨੇ, ਫਿਰ ਟਾਪਿਕ ਤੇ ਸਮਝਾਣਾ ਹੈ। ਗਿਆਨ ਧਨ ਦਾ ਦਾਨ ਕਰਨ ਦੇ ਲਈ ਉਛਲਦੇ ਰਹਿਣਾ ਹੈ। ਵਰਦਾਨ ਹੈ, ਨਿਰਾਕਾਰ ਸੋ ਸਾਕਾਰ। ਇਸ ਮੰਤਰ ਦੀ ਸਮ੍ਰਿਤੀ ਨਾਲ ਸੇਵਾ ਦਾ ਪਾਠ ਵਜਾਉਣ ਵਾਲੇ ਰੂਹਾਨੀ ਸੇਵਾਧਾਰੀ ਭਵ। ਨਿਰਾਕਾਰ ਸੋ ਸਾਕਾਰ। ਇਸ ਮੰਤਰ ਦੀ ਸਮ੍ਰਿਤੀ ਨਾਲ ਸੇਵਾ ਦਾ ਪਾਠ ਵਜਾਉਣ ਵਾਲੇ ਰੂਹਾਨੀ ਸੇਵਾਧਾਰੀ ਭਵ। ਜਿਵੇਂ ਬਾਪ ਨਿਰਾਕਾਰ ਸੋ ਸਾਕਾਰ ਬਣ ਸੇਵਾ ਦਾ ਪਾਠ ਵਜਾਉਂਦੇ ਨੇ, ਐਵੇਂ ਬੱਚਿਆਂ ਨੂੰ ਵੀ ਇਸ ਮੰਤਰ ਦਾ ਯੰਤਰ ਸਮ੍ਰਿਤੀ ਵਿੱਚ ਰੱਖ ਸੇਵਾ ਦਾ ਪਾਠ ਵਜਾਉਣਾ ਹੈ। ਇਹ ਸਾਕਾਰ ਸ੍ਰਿਸ਼ਟੀ, ਸਾਕਾਰ ਸਰੀਰ ਸਟੇਜ ਹੈ। ਸਟੇਜ ਆਧਾਰ ਹੈ, ਪਾਠਧਾਰੀ ਆਧਾਰ ਮੂਰਤ ਨੇ, ਮਾਲਿਕ ਨੇ। ਇਸ ਸਮ੍ਰਿਤੀ ਤੋਂ ਨਿਆਰੇ ਬਣ ਪਾਠ ਵਜਾਓ ਤਾਂ ਸੈਂਸ ਦੇ ਨਾਲ ਇਸੈਂਸਫੁਲ ਰੂਹਾਨੀ ਸੇਵਾਧਾਰੀ ਬਣ ਜਾਓਗੇ। ਸਲੋਗਨ ਹੈ, ਸਾਕਸ਼ੀ ਬਣ। ਹਰ ਖੇਡ ਨੂੰ ਵੇਖਣ ਵਾਲੇ ਹੀ ਸਾਕਸ਼ੀ ਦ੍ਰਿਸ਼ਟਾ ਨੇ। ਸਾਕਸ਼ੀ ਬਣ, ਹਰ ਖੇਡ ਨੂੰ ਵੇਖਣ ਵਾਲੇ ਹੀ ਸਾਕਸ਼ੀ ਦ੍ਰਿਸ਼ਟਾ ਨੇ। ਅੱਛਾ, ਓਮ ਸ਼ਾਂਤੀ।